अस्सलाम वालेकुम सामीन, मैं हाँ ਤੁਹਾਡੀ ਮੇਜ਼ਬਾਨ ਗੁਲੇਰੀਨਾ ਤੇ ਅੱਜ ਮੈਂ ਪੰਜਾਬੀ ਜ਼ੁਬਾਨ ਤੇ ਗੱਲ ਕਰਾ ਦੀ। ਅੱਜ ਦੇ ਪ੍ਰੋਗਰਾਮ ਦਾ ਮੌਜੂ ਪੰਜਾਬੀ ਜ਼ੁਬਾਨ ਹੈ ਤੇ ਪੰਜਾਬੀ ਜ਼ੁਬਾਨ ਤੇ ਗੱਲ ਕਰਨੇ ਵਾਸਤੇ ਮੈਂ ਇਨਵਾਈਟ ਕੀਤਾ ਡਾਕਟਰ ਮੁਹੰਮਦ ਯੂਸਫ ਨੂੰ। अस्सलाम वालेकुम डॉक्टर यूसुफ। जी वालेकुम अस्सलाम। डॉक्टर यूसुफ की हाल है? बिल्कुल ठीक है। ਅੱਛਾ ਤੇ ਡਾਕਟਰ ਯੂਸਫ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਸਮਝਦੇ ਹੋ ਕਿ ਪੰਜਾਬੀ ਜ਼ੁਬਾਨ ਜਿਹੜੀ ਉਹ ਤਾਲੀਮੀ ਅਦਾਰਿਆਂ ਵਿੱਚ ਪੜ੍ਹਾਉਣੀ ਚਾਹੀਦੀ ਹੈ ਜਾਂ ਨਹੀਂ? ਇਹ ਬੜਾ ਚੁਭਦਾ ਸਵਾਲ ਆ ਹੂੰ ਕਿ ਅਸੀਂ ਤਲੀਮੀ ਅਦਾਰਿਆਂ 'ਚ ਡਿਸਕਰੇਜ ਕਰਨੇ ਆ। ਹੂੰ ਜਦੋਂ ਸਟੂਡੈਂਟ ਪੰਜਾਬੀ ਬੋਲਦਾ ਤੇ ਅਸੀਂ ਉਹਨੂੰ ਅੱਛਾ ਨਹੀਂ ਸਮਝਦੇ। ਹਾਂਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਉਰਦੂ ਬੋਲੋ ਜਾਂ ਅੰਗਰੇਜ਼ੀ ਬੋਲੋ, ਲੇਕਿਨ ਮੇਰੀ ਇਹਦੇ ਨਾਲ ਸੋਚ ਕੁਝ ਮੁਖਤਲਿਫ ਆ। ਮੈਂ ਇਹ ਸਮਝਣਾ ਕਿ ਜਿਹੜੀ ਪ੍ਰਾਇਮਰੀ ਤਲੀਮ ਆ, ਜਦੋਂ ਇੱਕ ਸਟੂਡੈਂਟ ਜਾਂਦਾ ਸਕੂਲ 'ਚ ਜਾਂਦਾ ਤੇ ਉਹਦੀ ਪ੍ਰਾਇਮਰੀ ਜਿਹੜੀ ਤਾਲੀਮ ਦਾ ਫੇਜ਼ ਆ 5ਵੀਂ ਕਲਾਸ ਤੱਕ, ਉਹਦੇ ਵਿੱਚ ਉਹਨੂੰ ਸਾਰੀਆਂ ਲੋਕਲ ਜ਼ੁਬਾਨਾਂ ਪੜ੍ਹਾਈਆਂ ਜਾਣੀਆਂ ਚਾਹੀਦੀਆਂ। ਪੰਜਾਬੀ ਵੀ ਪੜ੍ਹਾਉਣੀ ਚਾਹੀਦੀ ਆ, ਸਰਾਇਕੀ ਵੀ ਪੜ੍ਹਾਉਣੀ ਚਾਹੀਦੀ ਆ, ਪਸ਼ਤੋ ਵੀ ਪੜ੍ਹਾਉਣੀ ਚਾਹੀਦੀ ਆ ਤੇ ਬਲੋਚੀ ਵੀ ਪੜ੍ਹਾਉਣੀ ਚਾਹੀਦੀ ਆ। ਉਹਦੀ ਵਜ੍ਹਾ ਹੈ ਕਿ ਉਹਨੂੰ ਪਤਾ ਲੱਗੇ ਕਿ ਇਹ ਜਿਹੜਾ ਪਾਕਿਸਤਾਨ ਦਾ ਖੂਬਸੂਰਤ ਗੁਲਦਸਤਾ ਹੈ, ਇਸ ਗੁਲਦਸਤੇ ਦੇ ਮੁਖਤਲਿਫ ਜਿਹੜੇ ਰੰਗ ਨੇ, ਉਹਨਾਂ ਦੀਆਂ ਜਿਹੜੀਆਂ ਤਹਿਜ਼ੀਬਾਂ ਨੇ, ਉਹਨਾਂ ਦੀ ਜਿਹੜੀ ਸਕਾਫਤ ਆ, ਉਹਨਾਂ ਦੀਆਂ ਜਿਹੜੀਆਂ ਰੀਤਾਂ ਨੇ, ਅਗਰ ਅਸੀਂ ਉਹਨਾਂ ਨੂੰ ਸਮਝਣਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ, ਅਸੀਂ ਇੱਕ ਦੂਜੇ ਦੇ ਕੋਲ ਤੇ ਕਰੀਬ ਆਉਣਾ ਚਾਹੁੰਦੇ ਹਾਂ, ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਰਾਇਕੀ ਵਾਲੇ ਕਿਵੇਂ ਸੋਚਦੇ, ਪਸ਼ਤੋ ਵਾਲੇ ਕਿਵੇਂ ਸੋਚਦੇ, ਪੰਜਾਬੀ ਵਾਲੇ ਕਿਵੇਂ ਸੋਚਦੇ ਤੇ ਬਲੋਚੀ ਵਾਲੇ ਕਿਵੇਂ ਤੇ ਸਿੰਧੀ ਵਾਲੇ ਕਿਵੇਂ ਸੋਚਦੇ। ਉਹਦੇ ਲਈ ਇਸ ਲਈ ਮੈਂ ਇਹ ਕਹਿਣਾ ਕਿ ਜਦੋਂ ਵੀ ਇਬਤਦਾਈ ਤਾਲੀਮ ਆ, ਜਿਹਨੂੰ ਅਸੀਂ ਪ੍ਰਾਇਮਰੀ ਤਾਲੀਮ ਕਹਿੰਦੇ ਹਾਂ, ਉਦੋਂ ਇਹ ਸਾਰੀਆਂ ਜੋ ਲੋਕਲ ਲੈਂਗੁਏਜਸ ਨੇ, ਜ਼ਬਾਨਾਂ ਨੇ, ਇਹ ਪੜ੍ਹਾਈਆਂ ਜਾਣੀਆਂ ਚਾਹੀਦੀਆਂ। ਉਹਦਾ ਫਾਇਦਾ ਕੀ ਹੋਏਗਾ? ਉਹਦਾ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਲੋਕਾਂ 'ਚ ਭਾਈਚਾਰਾ ਵਧੇਗਾ, ਪਿਆਰ ਵਧੇਗਾ, ਹਮਾਂਗੀ ਪੈਦਾ ਹੋਏਗੀ, ਇੱਕ ਦੂਜੇ ਨੂੰ ਸਮਝਣ ਲਈ ਆਸਾਨੀ ਪੈਦਾ ਹੋਏਗੀ। ਨਾ ਸਿਰਫ ਪੰਜਾਬੀ ਪੰਜਾਬੀਆਂ ਨੂੰ ਸਮਝਣ ਲਈ, ਪੰਜਾਬੀਆਂ ਨੂੰ ਸਿੰਧੀਆਂ ਨੂੰ ਸਮਝਣ ਲਈ, ਸਿੰਧੀਆਂ ਨੂੰ ਬਲੋਚੀਆਂ ਨੂੰ ਸਮਝਣ ਲਈ, ਔਰ ਇਹਨਾਂ ਸਾਰਿਆਂ ਨੂੰ ਮਿਲ ਕੇ ਪਸ਼ਤੋ ਨੂੰ ਸਮਝਣ ਲਈ, ਔਰ ਇਹ ਸਾਰੇ ਮਿਲ ਕੇ ਸਰਾਇਕੀ ਸਮਝਣ ਲਈ। ਅਸੀਂ ਇੱਕ ਦੂਜੇ ਦੇ ਦੁੱਖ ਸੁੱਖ, ਖੁਸ਼ੀਆਂ, ਰੀਤਾਂ ਅਤੇ ਰਿਵਾਜ ਜਿਹੜੇ ਆ, ਉਹਨਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ, ਔਰ ਸਮਝ ਕੇ ਅਸੀਂ ਉਹਨਾਂ ਦੀ ਸੈਂਸਿਟਿਵਿਟੀ ਕੀ ਆ, ਕਿਹੜੀ ਚੀਜ਼ ਕਿਹੜੇ ਕਲਚਰ 'ਚ ਕਿੰਨੀ ਸੈਂਸਿਟਿਵ ਆ, ਕਿਉਂ ਲੋਕ ਆਪਣੇ ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਦੇ, ਜ਼ਿਆਦਾ ਲਾਈਕ ਕਰਦੇ, ਇਹ ਸਾਨੂੰ ਪਤਾ ਲੱਗੇਗਾ। ਅਤੇ ਬੁਨਿਆਦੀ ਤੌਰ 'ਤੇ ਅਗਰ ਯੂਨੀਵਰਸਿਟੀ 'ਚ ਨਹੀਂ ਅਤੇ ਕਾਲਜ 'ਚ ਨਹੀਂ ਅਤੇ ਹਾਈ ਸਕੂਲ 'ਚ ਵੀ ਨਹੀਂ, ਅਤੇ ਬੁਨਿਆਦੀ ਤੌਰ 'ਤੇ ਜਿਹੜੀ ਪ੍ਰਾਇਮਰੀ ਤਾਲੀਮ ਆ, ਉਦੋਂ ਹੀ ਪੰਜਾਬੀ ਪੜ੍ਹਾਈ ਜਾਣੀ ਚਾਹੀਦੀ ਹੈ। ਉਹਦਾ ਫਾਇਦਾ ਕੀ ਹੋਏਗਾ? ਲੋਕਾਂ ਨੂੰ ਆਪਣੇ ਕਲਚਰ ਦਾ ਪਤਾ ਲੱਗੇਗਾ, ਬਚਪਨ ਤੋਂ ਹੀ ਪਤਾ ਲੱਗ ਜਾਏਗਾ, ਬਚਪਨ ਤੋਂ ਪਤਾ ਲੱਗ ਜਾਏਗਾ। ਦੇਖੋ ਨਾ, ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਸ਼ੇਕਸਪੀਅਰ ਕੀ ਹੁੰਦਾ, ਅਸੀਂ ਉਹਨਾਂ ਨੂੰ ਰਿਵਰ ਟੈਮਸ ਪੜ੍ਹਾ ਰਹੇ ਹਾਂ, ਰਿਵਰ ਬੋਸਟਨ ਪੜ੍ਹਾ ਰਹੇ ਹਾਂ। ਅਸੀਂ ਉਹਨਾਂ ਨੂੰ ਅਗਰ ਇਹ ਦੱਸੀਏ ਕਿ ਦਰਿਆ ਚਨਾਬ ਕੀ ਆ, ਤੇ ਰੋਜ਼ਾਨਾ ਆਪਣੀ ਯੂਨੀਵਰਸਿਟੀ 'ਚ ਆਉਣ ਲਈ ਸਟੂਡੈਂਟ ਦਰਿਆ ਚਨਾਬ ਤੋਂ ਅਕਸਰ ਗੁਜ਼ਰ ਕੇ ਆਉਂਦੇ, ਉਹਨਾਂ ਨੂੰ ਪਤਾ ਕਿ ਚਨਾਬ 'ਚ ਕਿੰਨਾ ਪਾਣੀ ਆ, ਚਨਾਬ ਦਾ ਮਤਲਬ ਕੀ ਆ, ਇਹ ਕਿੱਥੋਂ ਕਿੱਥੋਂ ਗੁਜ਼ਰਦਾ, ਔਰ ਇਹਦੇ ਨਾਲ ਕਿਹੜੀਆਂ ਕਿਹੜੀਆਂ ਲੋਕਲ ਕਹਾਣੀਆਂ ਐਸੋਸੀਏਟਿਡ ਆ, ਲੋਕਲ ਕਲਚਰ ਐਸੋਸੀਏਟਿਡ ਆ, ਕੌਣ ਸੀ ਲੋਕਲ ਫੋਕ ਟੇਲਸ ਹੈ। ਅਤੇ ਜਦੋਂ ਅਸੀਂ ਲੋਕਾਂ ਨੂੰ ਇਹ ਦੱਸਾਂਗੇ, ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਚਨਾਬ ਕੀ ਆ, ਸਤਲੁਜ ਕੀ ਆ, ਰਾਵੀ ਕੀ ਆ ਅਤੇ ਜੇਹਲਮ ਕੀ ਆ, ਅਤੇ ਫਿਰ ਅਗਰ ਅਸੀਂ ਉਹਨਾਂ ਨੂੰ ਕਹਾਂਗੇ ਕਿ ਰਿਵਰ ਟੈਮਸ ਕੀ ਆ, ਰਿਵਰ ਬੋਸਟਨ ਕੀ ਆ ਅਤੇ ਰਿਵਰ ਖੁਆਂਗ ਕੀ ਆ, ਉਹਨਾਂ ਨੂੰ ਫਿਰ ਜ਼ਿਆਦਾ ਸਮਝ ਆਏਗੀ। ਅਸੀਂ ਸ਼ੁਰੂ ਕਰਨੇ ਆ ਉਲਟ, ਅਸੀਂ ਉਹਨਾਂ ਨੂੰ ਪਹਿਲੇ ਉਹ ਕਲਚਰ ਸਿਖਾਉਣਾ ਚਾਹੁੰਦੇ ਹਾਂ ਜਿਹੜਾ ਉਹਨਾਂ ਕਦੀ ਵੇਖਿਆ ਹੀ ਨਹੀਂ। ਹੁਣ ਜੋ ਛੋਟਾ ਬੱਚਾ ਹੈ, ਉਹ ਤਾਂ ਇੱਕ ਸਲੇਟ ਦੀ ਤਰ੍ਹਾਂ ਹੁੰਦਾ, ਐਸਾ ਹੀ ਹੈ, ਉਹਦਾ ਉਹ ਮਾਸੂਮ ਹੁੰਦਾ, ਉਹਦੇ ਦਿਮਾਗ 'ਤੇ ਜੋ ਤੁਸੀਂ ਲਿਖਣਾ ਉਹ ਲਿਖਿਆ ਜਾਣਾ। ਅਤੇ ਉਹਨੂੰ ਅਸੀਂ ਦੱਸ ਰਹੇ ਹਾਂ ਕਿ ਸ਼ੇਕਸਪੀਅਰ ਕੀ ਹੁੰਦਾ। ਅਗਰ ਅਸੀਂ ਉਹਨੂੰ ਦੱਸੀਏ ਕਿ ਵਾਰਿਸ ਸ਼ਾਹ ਕੀ ਹੁੰਦਾ, ਬੁੱਲੇ ਸ਼ਾਹ ਕੌਣ ਆ, ਵਾਰਿਸ ਸ਼ਾਹ ਕੌਣ ਆ, ਅਤੇ ਉਹਨੂੰ ਉਹ ਪੁੱਛੇਗਾ ਕਿ ਬੁੱਲੇ ਸ਼ਾਹ ਕੌਣ ਆ, ਅਤੇ ਉਹ ਪੁੱਛੇਗਾ ਵਾਰਿਸ ਸ਼ਾਹ ਕੌਣ ਆ, ਤਾਂ ਅਸੀਂ ਦੱਸਾਂਗੇ ਜਾਂ ਸ਼ੇਖੂਪੁਰੇ ਚਲੇ ਜਾਓ ਜਾਂ ਕਸੂਰ ਚਲੇ ਜਾਓ। ਅਤੇ ਉਹ ਪੁੱਛੇਗਾ ਸ਼ੇਖੂਪੁਰਾ ਕਿੱਥੇ, ਤਾਂ ਅਸੀਂ ਦੱਸਾਂਗੇ ਇੱਥੋਂ ਇੰਨੇ ਕਿਲੋਮੀਟਰ ਦੂਰ ਆ, ਅਤੇ ਕਸੂਰ ਇੰਨਾ ਦੂਰ ਆ, ਲਾਹੌਰ ਦੇ ਕਰੀਬ ਆ ਜਾਂ ਸ਼ੇਖੂਪੁਰੇ ਦੇ ਕਰੀਬ ਆ, ਜਾਂ ਇਸ ਰੋਡ 'ਤੇ ਆ ਜਾਂ ਦੂਜੇ ਰੋਡ 'ਤੇ ਆ। ਅਤੇ ਅਸੀਂ ਉਹਨੂੰ ਇਹ ਕਿਵੇਂ ਸਮਝਾਵਾਂਗੇ ਕਿ ਸ਼ੇਕਸਪੀਅਰ ਇਜ਼ ਫਾਰ ਅਵੇ ਨਾ, ਸਾਡੇ ਤਹਿਜ਼ੀਬ ਤੋਂ, ਸਾਡੀ ਸਕਾਫਤ ਤੋਂ। ਇਹਦਾ ਮਤਲਬ ਇਹ ਨਹੀਂ ਮੈਂ ਕਹਿ ਰਿਹਾ, ਮੈਂ ਖੁਦ ਇੰਗਲਿਸ਼ ਲੈਂਗੁਏਜ ਦਾ ਟਾਪਰ ਹਾਂ, ਇਹਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਪੜ੍ਹਾਉਣੀ ਚਾਹੀਦੀ। ਅੰਗਰੇਜ਼ੀ ਸਾਇੰਸ ਅਤੇ ਟੈਕਨੋਲੋਜੀ ਦੀ ਜ਼ਬਾਨ ਆ, ਉਹਦੇ ਬਗੈਰ ਵੀ ਗੁਜ਼ਾਰਾ ਨਹੀਂ। ਲੇਕਿਨ ਮੇਰਾ ਕਹਿਣ ਦਾ ਇਹ ਮਤਲਬ ਆ ਕਿ ਪਹਿਲੇ ਲੋਕਾਂ ਨੂੰ ਆਪਣੀ ਜ਼ੁਬਾਨ ਪੜ੍ਹਾਈਏ, ਆਪਣਾ ਕਲਚਰ ਪੜ੍ਹਾਈਏ, ਆਪਣੀ ਸਕਾਫਤ ਪੜ੍ਹਾਈਏ, ਆਪਣੀ ਰੀਤਾਂ ਦੇ ਬਾਰੇ ਦੱਸੀਏ, ਆਪਣੇ ਤਾਲੁਕ ਦੇ ਨਾਲ ਉਹਨਾਂ ਨੂੰ ਮਜ਼ਬੂਤੀ ਨਾਲ ਜੋੜੀਏ। ਅਤੇ ਜਦੋਂ ਉਹਨਾਂ ਨੂੰ ਇਹ ਪਤਾ ਚੱਲ ਜਾਏਗਾ ਕਿ ਵਾਰਿਸ ਸ਼ਾਹ ਕੌਣ ਆ, ਬੁੱਲੇ ਸ਼ਾਹ ਕੌਣ ਆ, ਹੀਰ ਰਾਂਝਾ ਕੌਣ ਸਨ,
ਲੈਲਾ ਮਜਨੂ ਕੌਣ ਸਨ, ਇਹ ਜਦੋਂ ਲੋਕਾਂ ਨੂੰ ਪਤਾ ਲੱਗੇਗਾ, ਫੋਕ ਕਲਚਰ ਦਾ ਪਤਾ ਲੱਗੇਗਾ, ਲੋਕਲ ਕਲਚਰ ਦਾ ਪਤਾ ਲੱਗੇਗਾ, ਤੇ ਜਦੋਂ ਵੱਡੇ ਹੋਣਗੇ ਅਗਲੀ ਕਲਾਸ 'ਚ ਜਾਣਗੇ ਤੇ ਫਿਰ ਉਹ ਉਰਦੂ ਪੜ੍ਹ ਲੈਣਗੇ ਹਾਈ ਸਕੂਲ 'ਚ ਤੇ ਮਿਡਲ 'ਚ, ਤੇ ਜਦੋਂ ਉਹ ਯੂਨੀਵਰਸਿਟੀ ਦਾ ਮੂੰਹ ਵੇਖਣਗੇ ਤੇ ਉਹਨਾਂ ਨੂੰ ਅੰਗਰੇਜ਼ੀ ਵੀ ਆ ਜਾਏਗੀ। ਔਰ ਵੈਸੇ ਵੀ ਲਿੰਗੁਇਸਟਿਕ ਦੀ ਇੱਕ ਰਿਸਰਚ ਆ ਜੋ ਇਹ ਕਹਿੰਦੀ ਆ ਕਿ ਜਿਸ ਬੰਦੇ ਨੂੰ ਆਪਣੀ ਲੋਕਲ ਜ਼ੁਬਾਨ ਅੱਛੀ ਤਰ੍ਹਾਂ ਆਉਂਦੀ ਆ, ਉਹਦੇ ਤੇ ਅਬੂਰ ਆ, ਉਹ ਕੋਈ ਵੀ ਗੈਰ ਮੁਲਕੀ ਜ਼ੁਬਾਨ ਬੜੀ ਆਸਾਨੀ ਨਾਲ ਸਿੱਖ ਲੈਂਦਾ। ਤੇ ਜਿਹਨੂੰ ਆਪਣੀ ਜ਼ੁਬਾਨ ਦੇ ਰਮੂਜ਼ੋ ਔਕਾਫ ਦਾ ਨਹੀਂ ਪਤਾ, ਊਂਚ ਨੀਚ ਦਾ ਨਹੀਂ ਪਤਾ, ਆਰਾਬ ਦਾ ਨਹੀਂ ਪਤਾ, ਲਹਿਜੇ ਦਾ ਨਹੀਂ ਪਤਾ, ਉਹਦੇ ਲਈ ਗੈਰ ਮੁਲਕੀ ਜ਼ੁਬਾਨ ਸਿੱਖਣਾ ਵੀ ਬੜਾ ਮੁਸ਼ਕਿਲ ਆ। ਤੇ ਇਹ ਕਰਕੇ ਇੰਜ ਕਰਕੇ ਮੈਂ ਇਹ ਕਹਿਣਾ ਕਿ ਪਹਿਲੇ ਇਹਨਾਂ ਨੂੰ ਲੋਕਲ ਜ਼ੁਬਾਨ ਪੜ੍ਹਾਓ, ਉਹਦੀ ਗ੍ਰਾਮਰ ਪੜ੍ਹਾਓ, ਉਹਦੇ ਰਮੂਜ਼ੋ ਔਕਾਫ ਪੜ੍ਹਾਓ, ਉਹਦੇ ਨਸ਼ੇਬੋ ਫਰਾਜ਼ ਪੜ੍ਹਾਓ, ਉਹਦੇ ਨਾਲ ਇਹਨਾਂ ਦਾ ਤਾਲੁਕ ਮਜ਼ਬੂਤ ਕਰੋ ਤੇ ਉਹਦੇ ਨਾਲ ਤਾਲੁਕ ਆਸਾਨੀ ਨਾਲ ਮਜ਼ਬੂਤ ਵੀ ਹੋ ਜਾਏਗਾ। ਕਿਉਂਕਿ ਘਰਾਂ 'ਚ ਮਾਵਾਂ ਵੀ ਪੰਜਾਬੀ ਬੋਲਦੀਆਂ, ਹਾਂਜੀ। ਬਾਪ ਵੀ ਪੰਜਾਬੀ ਬੋਲਦਾ ਤੇ ਸਾਰੇ ਲੋਕ ਪੰਜਾਬੀ ਬੋਲਦੇ, ਤੇ ਅਸੀਂ ਪੰਜਾਬੀ ਬੋਲ ਕੇ ਨਾਲ ਕਹਿੰਦੇ ਹਾਂ ਅੰਗਰੇਜ਼ੀ ਬੋਲੋ। ਘਰ ਖੁਦ ਅੰਗਰੇਜ਼ੀ ਨਹੀਂ ਬੋਲਦੇ, ਖੁਦ ਉਰਦੂ ਵੀ ਨਹੀਂ ਬੋਲਦੇ ਬਾਜ਼ ਔਕਾਤ, ਤੇ ਬੱਚਾ ਅਗਰ ਪੰਜਾਬੀ ਬੋਲੇ ਮਾਂ ਠਾ ਕਰਕੇ ਲਾਉਂਦੀ, ਕਹਿੰਦੀ ਤੂੰ ਉਰਦੂ ਬੋਲਣੀ, ਤੂੰ ਅੰਗਰੇਜ਼ੀ, ਅੱਛਾ ਕਿਵੇਂ ਕਹਿ ਰਹੀ, ਕਹਿੰਦੀ ਤੂੰ ਉਰਦੂ ਬੋਲਣੀ, ਕਹਿ ਰਹੀ ਤੂੰ ਉਰदू बोलनी, ये नहीं कहती कि आप उर्दू बोले, तू उर्दू बोलनी, ਤੇ ਨਾਲ ਕਹਿੰਦੀ ਤੂੰ ਅੰਗਰੇਜ਼ੀ ਕਿਉਂ ਨਹੀਂ ਬੋਲੀ, ਇਹ ਨਹੀਂ ਕਹਤੀ ਕਿ ਵਾਈ ਯੂ ਡੋਂਟ ਸਪੀਕ ਇੰਗਲਿਸ਼। ਐਗਜ਼ੈਕਟਲੀ। ਤੇ ਗੱਲ ਇਹ ਵਾ ਕਿ ਆਪ ਤੇ ਤੁਸੀਂ ਪੰਜਾਬੀ 'ਚ ਗੱਲ ਕਰਨ ਡਏ, ਤੇ ਤੁਸੀਂ ਬੱਚਿਆਂ ਦਾ ਆਪਣੇ ਕਲਚਰ ਨਾਲ, ਆਪਣੀ ਸਕਾਫਤ ਨਾਲ, ਆਪਣੀ ਤਹਿਜ਼ੀਬ ਨਾਲ ਕਿਉਂ ਤਾਲੁਕ ਕਮਜ਼ੋਰ ਕਰਨਾ ਚਾਹੁੰਦੇ ਹੋ? ਇਹਨਾਂ ਨੂੰ ਲੋਕਲ ਲੈਂਗੁਏਜ ਸਿੱਖਣ ਦਿਓ, ਫਿਰ ਹਾਈ ਸਕੂਲ 'ਚ ਇਹ ਆਪਣੀ ਕੌਮੀ ਜ਼ੁਬਾਨ ਸਿੱਖ ਲੈਣਗੇ, ਉਰਦੂ ਆ ਜਾਏਗੀ ਇਹਨਾਂ ਨੂੰ, ਤੇ ਬਾਅਦ 'ਚ ਇਹਨਾਂ ਨੂੰ ਅੰਗਰੇਜ਼ੀ ਵੀ ਆ ਜਾਏਗੀ, ਭਾਵੇਂ ਚਾਈਨੀ ਪੜ੍ਹਾ ਲਓ, ਭਾਵੇਂ ਅਰੈਬਿਕ ਪੜ੍ਹਾ ਲਓ। ਬਦਨਸੀਬੀ ਇਹ ਹੋਈ ਹੈ ਕਿ ਲੋਕਾਂ ਨੂੰ ਆਪਣੀ ਜ਼ੁਬਾਨ ਸਹੀ ਤਰ੍ਹਾਂ ਨਹੀਂ ਆਉਂਦੀ। ਬਹੁਤ ਸਾਰੇ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ, ਬਹੁਤ ਸਾਰੇ ਲੋਕਾਂ ਨੂੰ ਉਰਦੂ ਨਹੀਂ ਆਉਂਦੀ। ਉਰਦੂ ਇੱਕ ਮੁਸ਼ਕਲ ਜ਼ੁਬਾਨ ਹੈ। ਜਿੰਜ ਪ੍ਰੋਗਰਾਮ ਕਰਨ ਤੋਂ ਪਹਿਲੇ ਮੈਨੂੰ ਪੁੱਛਿਆ ਗਿਆ ਪੰਜਾਬੀ ਆਉਂਦੀ ਹੈ, ਮੈਂ ਕਿਹਾ ਬਹੁਤ ਅੱਛੇ ਤਰੀਕੇ ਨਾਲ ਆਉਂਦੀ। ਤੇ ਦੇਖੋ ਨਾ, ਤੁਸੀਂ ਅਗਰ ਉਰਦੂ ਦੀ ਗ੍ਰਾਮਰ ਦੇਖੋ ਤੇ ਮੈਂ ਤੁਹਾਨੂੰ ਇਹ ਗਰੰਟੀ ਨਾਲ ਗੱਲ ਕਹਿ ਸਕਣਾ ਕਿ ਉਰਦੂ ਦੀ ਗ੍ਰਾਮਰ ਨਾ ਸਾਰੀ ਤੁਹਾਨੂੰ ਆਉਂਦੀ ਨਾ ਮੈਨੂੰ ਆਉਂਦੀ, ਬਲਕਿ ਬਹੁਤ ਸਾਰਿਆਂ ਨੂੰ ਨਹੀਂ ਆਉਂਦੀ। ਬਿਲਕੁਲ। ਕਿਉਂਕਿ ਅੰਗਰੇਜ਼ੀ ਦੀ ਗ੍ਰਾਮਰ ਬਹੁਤ ਆਸਾਨ ਆ, ਉਰਦੂ ਦੀ ਗ੍ਰਾਮਰ ਬਹੁਤ ਮੁਸ਼ਕਲ ਆ। ਮਾਜ਼ੀ, ਇਸਤਮਰਾਰੀ ਤੇ ਪਤਾ ਨਹੀਂ ਕੀ ਅੱਛਾ ਖਾਸਾ ਉਰਦੂ ਦੀ ਬੜੀ ਵਸੀ ਗ੍ਰਾਮਰ ਆ ਤੇ ਬੜਾ ਵਸੀ ਅਦਬ ਆ ਉਰਦੂ ਦਾ, ਬਹੁਤ ਜ਼ਿਆਦਾ। ਇਸ ਲਈ ਜਦੋਂ ਲੋਕਾਂ ਨੂੰ ਆਪਣੀ ਜ਼ੁਬਾਨ ਆ ਜਾਏਗੀ, ਉਹਦੀ ਗ੍ਰਾਮਰ ਆ ਜਾਏਗੀ, ਉਹਦੀ ਨਸ਼ੇਬੋ ਫਰਾਜ਼ ਆ ਜਾਣਗੇ, ਤੇ ਮੇਰੇ ਖਿਆਲ ਨਾਲ ਇਹ ਬੜਾ ਆਸਾਨ ਆ ਕਿ ਲੋਕ ਜਿਹੜੇ ਉਹ ਗੈਰ ਮੁਲਕੀ ਜ਼ੁਬਾਨ ਜਿਵੇਂ ਅੰਗਰੇਜ਼ੀ ਆ, ਚਾਈਨੀਜ਼ ਆ ਤੇ ਨਾਲ ਅਰੈਬਿਕ ਆ, ਉਹ ਸਿੱਖ ਲੈਣਗੇ। ਮੈਂ ਡਾਕਟਰ ਯੂਸਫ ਦਾ ਸ਼ੁਕਰੀਆ ਅਦਾ ਕਰਨੀ ਆ ਕਿ ਉਹਨਾਂ ਸਾਡੇ ਵਾਸਤੇ ਆਪਣਾ ਕੀਮਤੀ ਵਕਤ ਕੱਢਿਆ। ਤੇ ਨਾਜ਼ਰੀਨ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਸਾਡੀ ਇਹ ਜਿਹੜਾ ਅੱਜ ਦੀ ਸਾਡੀ ਕੋਸ਼ਿਸ਼ ਸੀ ਆਪਣੀ ਜ਼ੁਬਾਨ ਨੂੰ ਬਚਾਉਣ ਵਾਸਤੇ, ਤੇ ਕੁਝ ਨਾ ਕੁਝ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ। ਤੇ ਅਗਲੇ ਪ੍ਰੋਗਰਾਮ ਤੱਕ ਆਪਣਾ ਖਿਆਲ ਰੱਖਿਓ, ਫਿਰ ਮਿਲਾਂਗੇ। ਅੱਲਾ ਹਾਫਿਜ਼।